ਜਿਹੜੀ ਵੀ ਅਸੀਂ ਮੈਡੀਸਿਨਸ ਲੈਂਦੇ ਹਾਂ, ਚਾਹੇ ਉਹ ਐਲੋਪੈਥਿਕ ਹੈ ਚਾਹੇ ਹੋਮਿਓਪੈਥਿਕ ਹੈ, ਇੱਕ ਨੰਬਰ ਤੇ ਤਾਂ ਸਾਨੂੰ ਠੀਕ ਕਰੇ, ਜੋ ਵਿਚ ਇਜ਼ ਮੋਸਟ ਇੰਪੋਰਟੈਂਟ। ਦੂਜੇ ਨੰਬਰ ਤੇ ਲੋਕਾਂ ਨੂੰ ਇਹ ਕਿ ਇਹਦੇ ਸਾਈਡ ਇਫੈਕਟਸ ਨਾ ਹੋਣ, ਤੇ ਦੋਨਾਂ ਚੀਜ਼ਾਂ 'ਚ ਹੋਮਿਓਪੈਥਿਕ ਅਵਲ ਹੈ। ਉਹ ਲੋਕ ਕਹਿੰਦੇ ਮਿੱਠੀ ਗੋਲੀ ਹੈ ਨਾ, ਵੀ ਜ਼ਿਆਦਾ ਖਾਂਦੇ ਨੇ ਕਈ ਵਾਰੀ ਲੋਕ, ਕਿ ਉਹ ਜ਼ਿਆਦਾ ਖਾਣ ਦੇ ਨਾਲ ਕੋਈ ਸਾਈਡ ਇਫੈਕਟ ਹੋ ਜਾਂਦਾ ਹੈ? ਚਾਹੇ ਪੂਰੀ ਅਸੀਂ ਬੋਟਲ ਲਈਏ, ਚਾਹੇ ਉਹਦੀਆਂ ਪ੍ਰਿਸਕ੍ਰਾਈਬਡ ਟੈਬਲੇਟਸ ਲਈਏ, ਉਹ ਇੱਕੋ ਹੀ ਡੋਜ਼ ਕਾਊਂਟ ਹੋਏਗੀ। ਇਸ ਲਈ ਉਹਦੇ ਜਿਹੜੇ ਸਾਈਡ ਇਫੈਕਟਸ ਹੈ ਬਹੁਤ ਲਿਮਿਟਿਡ ਹੈ। ਲਿਮਿਟਿਡ ਇਸ ਤਰ੍ਹਾਂ ਹੈ ਕਿ ਹੋ ਸਕਦਾ ਇਨ ਸਮ ਕੇਸਿਸ ਕਿ ਉਹਨਾਂ ਨੂੰ ਗੈਸਟ੍ਰਿਕ ਪ੍ਰੋਬਲਮ ਆ ਜਾਏ, ਕਈਆਂ ਨੂੰ ਕੌਨਸਟੀਪੇਸ਼ਨ ਦੀ ਪ੍ਰੋਬਲਮ ਆ ਜਾਏ, ਬਟ ਉਹ ਸਾਰੀ ਚੀਜ਼ਾਂ ਮੈਨੇਜੇਬਲ ਹੈ। ਕਈ ਲੋਕ ਕਹਿੰਦੇ ਅਸੀਂ ਮੈਡੀਸਨ ਲਈ, ਹੋਮਿਓਪੈਥੀ ਮੈਡੀਸਨ ਲਈ, ਤਾਂ ਸਾਨੂੰ ਕੀ ਹੋਇਆ, ਇੱਕਦਮ ਵੱਧ ਗਈ ਜਿਹੜੀ ਸਾਨੂੰ ਪ੍ਰੋਬਲਮ ਆ, ਉਹ ਇੱਕਦਮ ਵੱਧ ਗਈ, ਫਿਰ ਇੱਕਦਮ ਗਾਇਬ ਹੋ ਗਈ। ਕਿ ਮੈਂ ਇਹ ਹੋਮਿਓਪੈਥੀ ਇੱਦਾਂ ਇਫੈਕਟ ਪਾਉਂਦੀ ਕਿ ਪਹਿਲਾਂ ਵਧਾ ਦਿੰਦੀ ਹੈ, ਫਿਰ ਬਾਅਦ 'ਚ ਘਟਾਉਂਦੀ ਹੈ? ਜਦੋਂ ਅਸੀਂ ਇੱਕ ਸਿਸਟਮ ਤੋਂ ਦੂਜੇ ਸਿਸਟਮ ਸ਼ਿਫਟ ਹੁੰਦੇ ਹਾਂ ਤਾਂ ਇੱਕ ਬਾਡੀ ਦਾ ਇੱਕ ਨੈਚੁਰਲ ਰਿਸਪੌਂਸ ਹੁੰਦਾ ਹੈ। ਉਹ ਨੈਚੁਰਲ ਰਿਸਪੌਂਸ ਨੂੰ ਹੀ ਆਪਾਂ ਕਹਿ ਦਿੰਦੇ ਹਾਂ ਕਿ ਪ੍ਰੋਬਲਮ ਥੋੜ੍ਹੀ ਦੇਰ ਲਈ ਵੱਧ ਗਈ। ਜਦੋਂ ਰਿਸਪੌਂਸ ਬਾਡੀ ਇਸ ਮੈਡੀਸਿਨ ਨਾਲ ਐਡਜਸਟ ਕਰ ਲੈਂਦੀ ਹੈ, ਫਿਰ ਸਲੋ ਕਰਕੇ ਉਹ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਸੁਣਿਆ ਹੋਏਗਾ ਕਈ ਤਾਂ ਗਠੀਆ ਦੀ ਪ੍ਰੋਬਲਮਸ ਹੁੰਦੀਆਂ, ਕਈਆਂ ਨੂੰ ਸਕਿਨ ਦੀ ਪ੍ਰੋਬਲਮਸ ਹੁੰਦੀਆਂ, ਲੌਂਗ ਟਾਈਮ ਤੋਂ ਐਲੋਪੈਥਿਕ ਦਾ ਉਹ ਸੇਵਨ ਕਰਦੇ ਆ। ਕਿਸ ਤਰ੍ਹਾਂ ਦਾ ਉਹਦਾ ਰਹਿਣਾ ਹੈ, ਕਿਸ ਤਰ੍ਹਾਂ ਦਾ ਖਾਣਾ ਪੀਣਾ ਹੈ, ਕੀ ਉਹ ਪਸੰਦ ਕਰਦਾ ਹੈ, ਕਿਵੇਂ ਬਿਮਾਰੀ ਵੱਧਦੀ ਹੈ। ਜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਪਾਂ ਇੱਕ ਮੈਡੀਸਿਨ ਦੇਈਏ ਜਿਹੜੀ ਉਸ ਪਰਸਨ ਲਈ ਹੀ ਬਣੀ ਹੋਈ ਹੈ, ਤਾਂ ਉਹ ਬਹੁਤ ਜਲਦੀ ਠੀਕ ਵੀ ਹੁੰਦਾ ਹੈ। ਅਤੇ ਬੈਸਟ ਪਾਰਟ ਇਸ ਕਿ ਦੁਬਾਰਾ ਤੋਂ ਇਹ ਪ੍ਰੋਬਲਮ ਫੇਸ ਨਹੀਂ ਕਰਨੀ ਪੈਂਦੀ। ਸਿਰਫ ਬੱਚਿਆਂ ਲਈ ਨਹੀਂ, ਇਹ ਵੱਡਿਆਂ ਲਈ ਅਤੇ ਬਜ਼ੁਰਗਾਂ ਲਈ ਵੀ ਬਹੁਤ ਅੱਛੀ ਮੈਡੀਸਿਨਸ ਹੈ। ਜਿਵੇਂ ਐਲੋਪੈਥਿਕ 'ਚ ਆਪਾਂ ਡੋਜ਼ ਸੈੱਟ ਕਰਦੇ ਹਾਂ, ਸਿਮਿਲਰਲੀ ਹੋਮਿਓਪੈਥਿਕ ਵਿੱਚ ਵੀ ਕੁਛ ਡੋਜ਼ਸ ਹੁੰਦੀਆਂ ਜਿਹੜੀ ਅਸੀਂ ਬੱਚਿਆਂ ਨੂੰ ਦਿੰਦੇ ਹਾਂ, ਅਤੇ ਕੁਛ ਡੋਜ਼ਸ ਹੈ ਜਿਹੜੀ ਅਸੀਂ ਅਡਲਟਸ ਨੂੰ ਦਿੰਦੇ ਹਾਂ ਜਾਂ ਵੱਡਿਆਂ ਨੂੰ ਦਿੰਦੇ ਹਾਂ। ਸੋ ਇਹ ਦੋਨਾਂ ਚੀਜ਼ਾਂ ਨੂੰ ਕਵਰ ਕਰਦੀ ਹੈ। ਬੱਚਿਆਂ ਲਈ ਵੀ ਬਹੁਤ ਅੱਛੀ ਮੈਡੀਸਿਨਸ ਹੈ ਅਤੇ ਵੱਡਿਆਂ ਲਈ ਵੀ ਬਹੁਤ ਅੱਛੀ ਮੈਡੀਸਿਨਸ ਹੈ। ਲੋਕਾਂ ਨੂੰ ਅਲਰਜੀਜ਼ ਹੈ, ਕਿਸੇ ਤਰ੍ਹਾਂ ਦੀ ਕੋਈ ਅਲਰਜੀ ਹੈ, ਤਾਂ ਉਸ ਦਾ ਵੀ ਇਲਾਜ ਹੈਗਾ ਹੋਮਿਓਪੈਥੀ ਦੇ ਵਿੱਚ? ਅਤੇ ਐਲਰਜੀ ਕੇਸਿਸ ਜਿਵੇਂ ਅਸਥਮਾ ਦੇ ਕੇਸਿਸ ਹੈ, ਸਕਿਨ ਐਲਰਜੀ ਹੈ, ਇਰੀਟੇਸ਼ਨ ਇਨ ਆਈਜ਼ ਹੈ, ਇਹ ਬਹੁਤ ਸਾਰੇ ਕੇਸਿਸ ਆ ਵੀ ਰਹੇ ਹੈ, ਹੋਮਿਓਪੈਥਿਕ ਦੇ ਸੇਵਨ ਨਾਲ ਠੀਕ ਵੀ ਹੋ ਰਿਹਾ। ਤਾਂ ਐਲਰਜੀ ਲਈ ਬਹੁਤ ਅੱਛੀ ਮੈਡੀਸਿਨਸ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ। ਜਦੋਂ ਵੀ ਕਦੇ ਵੀ ਕਿਸੇ ਨੂੰ ਕੋਈ ਵੀ ਬਿਮਾਰੀ ਹੁੰਦੀ ਹੈ ਤਾਂ ਦਵਾਈ ਜ਼ਰੂਰ ਲੈਂਦੇ ਨੇ। ਕੋਈ ਐਲੋਪੈਥਿਕ ਲੈਂਦਾ ਹੈ, ਕੋਈ ਹੋਮਿਓਪੈਥੀ ਲੈਂਦਾ ਹੈ, ਲੇਕਿਨ ਜ਼ਿਆਦਾਤਰ ਲੋਕ ਜਿਹੜੇ ਹੋਮਿਓਪੈਥੀ ਵੱਲ ਜ਼ਿਆਦਾ ਧਿਆਨ ਦੇ ਰਹੇ ਨੇ, ਕਿਉਂਕਿ ਲੋਕਾਂ ਨੂੰ ਜਦੋਂ ਐਲੋਪੈਥ ਦਵਾਈ ਖਾਂਦੇ ਨੇ ਤਾਂ ਉਹਨਾਂ ਨੂੰ ਕੌੜੀ ਲੱਗਦੀ ਹੈ, ਲੇਕਿਨ ਜਦੋਂ ਹੋਮਿਓਪੈਥੀ ਦਵਾਈ ਖਾਂਦੇ ਨੇ ਉਹਨਾਂ ਨੂੰ ਮਿੱਠੀ ਲੱਗਦੀ ਹੈ। ਲੋਕਾਂ ਦਾ ਕਹਿਣਾ ਕਿ ਸਾਨੂੰ ਮਿੱਠੀ ਲੱਗਦੀ ਹੈ ਦਵਾਈ ਅਤੇ ਅਸਰ ਵੀ ਜਲਦੀ ਹੁੰਦਾ ਹੈ। ਤਾਂ ਇਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ, ਕਿਸ ਤਰੀਕੇ ਦੇ ਨਾਲ ਕਿਉਰ ਕਰਦੀ ਹੈ ਹੋਮਿਓਪੈਥੀ ਦਵਾਈ, ਔਰ ਇਸ ਦੇ ਕੀ ਸਾਈਡ ਇਫੈਕਟਸ ਨੇ, ਕੀ ਕਿਸ ਤਰ੍ਹਾਂ ਕੋਈ ਸਾਈਡ ਇਫੈਕਟ ਹੁੰਦਾ ਵੀ ਹੈ ਜਾਂ ਨਹੀਂ, ਔਰ ਕਿੰਨੀ ਜਲਦੀ ਜਿਹੜਾ ਅਸਰ ਆਪਣੇ ਸਰੀਰ ਦੇ ਉੱਤੇ ਪਾਉਣਾ ਜਿਹੜਾ ਸ਼ੁਰੂ ਕਰ ਦਿੰਦੀ ਹੈ। ਤਾਂ ਸਾਡੇ ਨਾਲ ਡਾਕਟਰ ਮਨੂ ਗੁਪਤਾ ਜੀ ਮੌਜੂਦ ਨੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਸਰ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮਨੂ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਵੇਂ ਲੋਕ ਕਹਿੰਦੇ ਨੇ ਕਿ ਸਾਨੂੰ ਮੈਡੀਸਨਸ ਜਿਹੜੀ ਹੈ ਹੋਮਿਓਪੈਥੀ ਜ਼ਿਆਦਾ ਪਸੰਦ ਆਉਂਦੀ ਹੈ, ਕਿਉਂਕਿ ਐਲੋਪੈਥ ਜਿਹੜੀ ਹੈ ਉਹ ਕੌੜੀ ਲੱਗਦੀ ਹੈ ਤੁਹਾਨੂੰ, ਵੀ ਇਫੈਕਟ ਕਿੰਨੀ ਕੁ ਜਲਦੀ ਪਾਉਣਾ ਸ਼ੁਰੂ ਕਰ ਦਿੰਦੇ ਹੋਮਿਓਪੈਥੀ? ਸਰ, ਸਭ ਤੋਂ ਪਹਿਲਾਂ ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ ਕਿ ਹੁਣ ਲੋਕਾਂ ਦਾ ਰੁਝਾਨ ਹੈ ਜਿਹੜਾ ਉਹ ਹੋਮਿਓਪੈਥਿਕ ਵੱਲ ਵਧਿਆ। ਇਹ ਬਹੁਤ ਪੋਜ਼ੀਟਿਵ ਗੱਲ ਹੈ। ਐਂਡ ਮੈਂ ਬਹੁਤ ਪ੍ਰਾਊਡ ਨਾਲ ਦੱਸਣਾ ਚਾਹੁੰਦਾ ਕਿ ਐਵਰੀ 3rd ਪਰਸਨ ਐਵਰੀ 3 ਸੈਕਿੰਡ ਇੱਕ ਹੋਮਿਓਪੈਥਿਕ ਬਾਏ ਕਰ ਰਿਹਾ, ਚਾਹੇ ਡਾਕਟਰ ਕੋਲ ਜਾ ਕੇ ਲੈ ਰਿਹਾ ਜਾਂ ਓਵਰ ਦਾ ਕਾਊਂਟਰ ਲੈ ਰਿਹਾ। ਇਹ ਬਹੁਤ ਹੀ ਅੱਛੀ ਚੀਜ਼ ਹੈ, ਲੋਕਾਂ 'ਚ ਰੁਝਾਨ ਵੱਧ ਰਿਹਾ। ਸਭ ਤੋਂ ਇੰਪੋਰਟੈਂਟ ਕੀ ਹੈ? ਸਭ ਤੋਂ ਇੰਪੋਰਟੈਂਟ ਇਹ ਹੈ ਕਿ ਸਾਰਿਆਂ ਨੂੰ ਇਹ ਹੈ ਕਿ ਜਿਹੜੀ ਵੀ ਅਸੀਂ ਮੈਡੀਸਿਨਸ ਲੈਂਦੇ ਹਾਂ, ਚਾਹੇ ਉਹ ਐਲੋਪੈਥਿਕ ਹੈ ਚਾਹੇ ਹੋਮਿਓਪੈਥਿਕ ਹੈ, ਇੱਕ ਨੰਬਰ ਤੇ ਤਾਂ ਸਾਨੂੰ ਉਹ ਠੀਕ ਕਰੇ, ਜੋ ਵਿਚ ਇਜ਼ ਮੋਸਟ ਇੰਪੋਰਟੈਂਟ। ਦੂਜੇ ਨੰਬਰ 'ਤੇ ਲੋਕਾਂ ਨੂੰ ਇਹ ਕਿ ਇਹਦੇ ਸਾਈਡ ਇਫੈਕਟਸ ਨਾ ਹੋਣ, ਅਤੇ ਦੋਨਾਂ ਚੀਜ਼ਾਂ 'ਚ ਹੋਮਿਓਪੈਥਿਕ ਅਵਲ ਹੈ। ਇੱਕ ਤਾਂ ਉਹ ਬਹੁਤ ਜਲਦੀ ਠੀਕ ਵੀ ਹੁੰਦੇ ਹੈ, ਦੂਜੇ ਨੰਬਰ 'ਤੇ ਇਹ ਦਵਾਈਆਂ ਦੇ ਸਾਈਡ ਇਫੈਕਟਸ ਕਲੀਨਿਕਲੀ ਪ੍ਰੂਵਡ ਹੈ ਕਿ ਬਹੁਤ ਲਿਮਿਟਿਡ ਹੈ ਜਾਂ ਬਿਲਕੁਲ ਨਹੀਂ ਹੈ। ਅਤੇ ਇਹ ਬੜੀ ਪੋਜ਼ੀਟਿਵ ਚੀਜ਼ਾਂ ਨੂੰ ਲੈ ਕੇ ਲੋਕਾਂ ਦਾ ਰੁਝਾਨ ਹੁਣ ਹੋਮਿਓਪੈਥਿਕ ਵੱਲ ਵੱਧ ਰਿਹਾ। ਜਿਵੇਂ ਤੁਸੀਂ ਕਿਹਾ ਕਿ ਜਿਹੜੇ ਹੈ ਪੋਜ਼ੀਟਿਵ ਦੇਖਣ ਨੂੰ ਮਿਲ ਰਿਹਾ ਨਾ, ਕਿਸੇ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ, ਲੇਕਿਨ ਅਗਰ ਮੰਨ ਲਓ ਜਿਵੇਂ ਕੋਈ ਲੋਕ ਕਹਿੰਦੇ ਮਿੱਠੀ ਗੋਲੀ ਹੈ ਨਾ, ਵੀ ਜ਼ਿਆਦਾ ਖਾਂਦੇ ਨੇ ਕਈ ਵਾਰੀ ਲੋਕ, ਕਿ ਉਹ ਜ਼ਿਆਦਾ ਖਾਣ ਦੇ ਨਾਲ ਕੋਈ ਸਾਈਡ ਇਫੈਕਟ ਹੋ ਜਾਂਦਾ ਹੈ? ਸਰ, ਠੀਕ ਹੈ ਤੁਹਾਡੀ ਗੱਲ। ਸਪੈਸ਼ਲੀ ਬੱਚਿਆਂ 'ਚ ਬਹੁਤ ਪ੍ਰੋਬਲਮ ਕਾਮਨਲੀ ਆਉਂਦੀ ਹੈ ਕਿ ਬੱਚੇ ਮਿੱਠੀਆਂ ਗੋਲੀਆਂ ਨੂੰ ਇੰਸਟੈਡ ਆਫ ਮੈਡੀਸਿਨਸ ਉਹਨਾਂ ਨੂੰ ਲੱਗਦਾ ਕਿ ਮੈਨੂੰ ਕੋਈ ਟੌਫੀਜ਼ ਦੇ ਰਿਹਾ ਜਾਂ ਕੁਛ ਲੈ ਰਿਹਾ, ਕਿ ਉਹਨਾਂ ਦੀ ਇੱਕ ਅਪਰੋਚ ਹੁੰਦੀ ਹੈ ਕਿ ਅਸੀਂ ਸਾਰੀਆਂ ਖਾ ਲਈਏ। ਅਤੇ ਕਈ ਵਾਰ ਐਵੇਂ ਜਿਹੇ ਕੇਸਿਸ ਆਉਂਦੇ ਵੀ ਕਿ ਉਹ ਪੂਰੀ ਬੋਟਲ ਵੀ ਲੈ ਲੈਂਦੇ ਆ। ਮੈਂ ਦੱਸਣਾ ਚਾਹਾਂਗਾ ਕਿ ਇੱਕ ਚਾਹੇ ਪੂਰੀ ਅਸੀਂ ਬੋਟਲ ਲਈਏ, ਚਾਹੇ ਉਹਦੀਆਂ ਪ੍ਰਿਸਕ੍ਰਾਈਬਡ ਟੈਬਲੇਟਸ ਲਈਏ, ਉਹ ਇੱਕੋ ਹੀ ਡੋਜ਼ ਕਾਊਂਟ ਹੋਏਗੀ। ਇਸ ਲਈ ਉਹਦੇ ਜਿਹੜੇ ਸਾਈਡ ਇਫੈਕਟਸ ਹੈ ਬਹੁਤ ਲਿਮਿਟਿਡ ਹੈ। ਲਿਮਿਟਿਡ ਇਸ ਤਰ੍ਹਾਂ ਹੈ ਕਿ ਹੋ ਸਕਦਾ ਇਨ ਸਮ ਕੇਸਿਸ ਕਿ ਉਹਨਾਂ ਨੂੰ ਗੈਸਟ੍ਰਿਕ ਪ੍ਰੋਬਲਮ ਆ ਜਾਏ, ਕਈਆਂ ਨੂੰ ਕੌਨਸਟੀਪੇਸ਼ਨ ਦੀ ਪ੍ਰੋਬਲਮ ਆ ਜਾਏ, ਬਟ ਉਹ ਸਾਰੀ ਚੀਜ਼ਾਂ ਮੈਨੇਜੇਬਲ ਹੈ। ਇਸ ਤਰ੍ਹਾਂ ਦੇ ਸਾਈਡ ਇਫੈਕਟਸ ਨਹੀਂ ਹੈ ਕਿ ਕੋਈ ਇੱਕੋ ਦਮ ਤੁਹਾਨੂੰ ਇਮੀਡੀਏਟਲੀ ਕੁਛ ਮੈਡੀਕਲ ਐਮਰਜੈਂਸੀ 'ਚ ਰਸ਼ ਕਰਨਾ ਪਏ, ਤੁਹਾਨੂੰ ਹਸਪੀਟਲਾਈਜ਼ ਹੋਣਾ ਪਏ, ਜਿਵੇਂ ਕਿ ਆਪਾਂ ਐਲੋਪੈਥਿਕ ਸੁਣਿਆ, ਉਸ ਤਰ੍ਹਾਂ ਦੇ ਕੋਈ ਸਾਈਡ ਇਫੈਕਟਸ ਨਹੀਂ ਹੈ। ਇੱਕ ਇਹ ਵੀ ਗੱਲ ਸੁਣਨ ਦੇ ਵਿੱਚ ਆਉਂਦੀ ਹੈ, ਕਹਿੰਦੇ ਵੀ ਕਈ ਲੋਕ ਕਹਿੰਦੇ ਅਸੀਂ ਮੈਡੀਸਨ ਲਈ, ਹੋਮਿਓਪੈਥੀ ਮੈਡੀਸਨ ਲਈ, ਤਾਂ ਸਾਨੂੰ ਕੀ ਹੋਇਆ, ਇੱਕਦਮ ਵੱਧ ਗਈ ਜਿਹੜੀ ਸਾਨੂੰ ਪ੍ਰੋਬਲਮ ਆ, ਉਹ ਇੱਕਦਮ ਵੱਧ ਗਈ, ਫਿਰ ਇੱਕਦਮ ਗਾਇਬ ਹੋ ਗਈ। ਕਿ ਮੈਂ ਇਹ ਹੋਮਿਓਪੈਥੀ ਇੱਦਾਂ ਇਫੈਕਟ ਪਾਉਂਦੀ ਕਿ ਪਹਿਲਾਂ ਵਧਾ ਦਿੰਦੀ ਹੈ, ਫਿਰ ਬਾਅਦ 'ਚ ਘਟਾਉਂਦੀ ਹੈ? ਬਹੁਤ ਅੱਛਾ ਸਵਾਲ ਪੁੱਛਿਆ ਸਰ ਤੁਸੀਂ,
ਕਿ ਬਹੁਤ ਸਾਰੇ ਲੋਕਾਂ ਦੀ ਕੁਐਰੀ ਵੀ ਹੁੰਦੀ ਹੈ, ਲੋਕੀ ਆ ਕੇ ਸਾਨੂੰ ਪੁੱਛਦੇ ਕਿ ਡਾਕਟਰ ਸਾਹਿਬ ਸਪੋਜ਼ ਮੈਂ ਕੋਈ ਟ੍ਰੀਟਮੈਂਟ ਨਵਾਂ ਸ਼ੁਰੂ ਕਰ ਰਿਹਾ ਕਿ ਮੈਨੂੰ ਪਹਿਲੇ ਪ੍ਰੋਬਲਮ ਵਧੇਗੀ ਉਸ ਤੋਂ ਬਾਅਦ ਰਿਜ਼ਲਟਸ ਮਿਲਣਗੇ। ਦੇਖੋ ਗੱਲ ਇਸ ਤਰ੍ਹਾਂ ਕਿ ਫਸਟਲੀ ਸਾਰਿਆਂ ਦੀ ਜੋ ਪਹਿਲੀ ਅਪਰੋਚ ਹੈ ਉਹ ਐਲੋਪੈਥਿਕ ਹੈ। ਨੋ ਡਾਊਟ ਹੁਣ ਥੋੜ੍ਹਾ ਜਿਹਾ ਸਿਸਟਮ ਚੇਂਜ ਹੋ ਰਿਹਾ, ਲੋਕੀ ਹੋਮਿਓਪੈਥਿਕ ਵੱਲ ਆ ਰਹੇ ਹੈ, ਬਟ ਜਦੋਂ ਐਲੋਪੈਥਿਕ ਲੈਂਦੇ ਆ ਤਾਂ ਉਹਨੂੰ ਇਮੀਡੀਏਟਲੀ ਅਸਰ ਹੁੰਦਾ ਹੈ। ਸਪੋਜ਼ ਕਿਸੇ ਦਾ ਕੋਈ ਪੇਟ ਦਰਦ ਹੈ, ਉਹ 3 ਦਿਨ ਤੋਂ ਐਲੋਪੈਥਿਕ ਖਾ ਰਿਹਾ, ਐਲੋਪੈਥਿਕ 'ਚੋਂ ਪੇਨ ਕਿਲਰਸ ਵੀ ਮੈਡੀਸਿਨ ਨਾਲ ਲੈ ਰਿਹਾ। ਜਦੋਂ ਪੇਨ ਕਿਲਰਸ ਡ੍ਰੌਪ ਕਰਦਾ ਤਾਂ ਇਮੀਡੀਏਟਲੀ ਇੱਕਦਮ ਉਹਨੂੰ ਪ੍ਰੋਬਲਮ ਵੱਧਦੀ ਹੈ। ਇੱਕ ਇਹ ਰੀਜ਼ਨ ਹੋ ਸਕਦਾ ਹੈ। ਦੂਸਰੇ ਨੰਬਰ 'ਤੇ ਜਦੋਂ ਅਸੀਂ ਕੋਈ ਵੀ ਕ੍ਰੋਨਿਕ ਕੇਸ, ਕ੍ਰੋਨਿਕ ਦਾ ਭਾਵ ਇਹ ਹੈ ਕਿ ਜਿਹੜਾ ਲੌਂਗ ਟਾਈਮ ਤੋਂ ਪੇਸ਼ੈਂਟ ਸਫਰ ਕਰ ਰਿਹਾ ਹੈ, ਜਿਵੇਂ ਗਠੀਆ ਦੀ ਬਿਮਾਰੀ ਹੈ, ਸਕਿਨ ਦੀ ਸੋਰਾਇਸਿਸ ਦੀ ਬਿਮਾਰੀ ਹੈ, ਜਾਂ ਕੋਈ ਵੀ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਹਦਾ ਮੋਰ ਦੈਨ 6 ਮੰਥਸ, ਮੋਰ ਦੈਨ 1 ਈਅਰ ਤੋਂ ਟ੍ਰੀਟਮੈਂਟ ਲੈ ਰਿਹਾ, ਜਦੋਂ ਅਸੀਂ ਇੱਕ ਸਿਸਟਮ ਤੋਂ ਦੂਜੇ ਸਿਸਟਮ ਸ਼ਿਫਟ ਹੁੰਦੇ ਹਾਂ ਤਾਂ ਇੱਕ ਬਾਡੀ ਦਾ ਇੱਕ ਨੈਚੁਰਲ ਰਿਸਪੌਂਸ ਹੁੰਦਾ ਹੈ। ਉਹ ਨੈਚੁਰਲ ਰਿਸਪੌਂਸ ਨੂੰ ਹੀ ਆਪਾਂ ਕਹਿ ਦਿੰਦੇ ਹਾਂ ਕਿ ਪ੍ਰੋਬਲਮ ਥੋੜ੍ਹੀ ਦੇਰ ਲਈ ਵੱਧ ਗਈ। ਜਦੋਂ ਰਿਸਪੌਂਸ ਬਾਡੀ ਇਸ ਮੈਡੀਸਿਨ ਨਾਲ ਐਡਜਸਟ ਕਰ ਲੈਂਦੀ ਹੈ, ਫਿਰ ਸਲੋ ਕਰਕੇ ਉਹ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਜੀ ਐਲੋਪੈਥ ਤੋਂ ਜਦੋਂ ਹੋਮਿਓਪੈਥ ਵੱਲ ਕੋਈ ਸ਼ਿਫਟ ਹੋਊਗਾ ਤਾਂ ਉਹਦਾ ਇਹ ਹੈ ਵੀ ਥੋੜਾ ਟਾਈਮ ਲੱਗੂਗਾ, ਚਲੋ ਠੀਕ ਹੁੰਦੇ ਆ ਲੇਕਿਨ ਹੋਊਗਾ ਜ਼ਰੂਰ। ਮਤਲਬ ਸਰ ਬਹੁਤ ਅੱਛੀਆਂ ਮੈਡੀਸਿਨਸ ਹੋਮਿਓਪੈਥਿਕ 'ਚ ਆ ਗਈਆਂ, ਡੇ ਬਾਏ ਡੇ ਰਿਸਰਚ ਵੱਧ ਰਹੀ ਹੈ ਹੋਮਿਓਪੈਥਿਕ 'ਚ, ਨਵੇਂ ਕੋਰਸਿਸ ਇਹਦੇ ਵਿੱਚ ਆ ਰਹੇ ਹੈ ਕਿ ਪਹਿਲੇ ਜਿਵੇਂ ਸ਼ੁਰੂਆਤ 'ਚ ਹੋਮਿਓਪੈਥਿਕ ਸਿਰਫ DHMS ਤੱਕ ਲਿਮਿਟਿਡ ਸੀ, ਜਿਹੜਾ 2-3 ਸਾਲ ਦਾ ਕੋਰਸ ਸੀ, ਉਸ ਤੋਂ ਬਾਅਦ ਦੇ ਕੈਨ ਪ੍ਰੈਕਟਿਸ ਹੋਮਿਓਪੈਥਿਕ, ਬਟ ਗ੍ਰੈਜੂਅਲੀ ਵਿਦ ਟਾਈਮ ਪਿਛਲੇ 20 ਸਾਲਾਂ 'ਚ ਬਹੁਤ ਸਾਰੀ ਚੇਂਜਸ ਆਈਆਂ, ਜਿਵੇਂ DHMS ਦੇ ਬਾਅਦ ਹੁਣ BHMS ਆਈ ਵਿਚ ਇਜ਼ ਅ ਫੁੱਲ ਫਲੈਜਡ 6 ਈਅਰ ਕੋਰਸ। ਉਸ ਤੋਂ ਬਾਅਦ ਫਿਰ MD 'ਚ ਇੰਟਰੋਡਿਊਸ ਹੋਈ ਵਿਚ ਇਜ਼ ਅ ਕੋਰਸ ਆਫ 3 ਈਅਰਸ। ਹੁਣ ਲੇਟੈਸਟ ਤੁਹਾਨੂੰ ਬਹੁਤ ਜਾਣ ਕੇ ਖੁਸ਼ੀ ਹੋਏਗੀ ਕਿ ਜਿਹੜੇ ਅੱਛੇ ਇੰਸਟੀਟਿਊਟਸ ਹੈ, ਜਿਵੇਂ IITs ਹੈ, MITs ਹੈ, ਇਹਨਾਂ ਨੇ PhD ਵੀ ਹੋਮਿਓਪੈਥੀ 'ਚ ਇੰਕਲੂਡ ਕਰ ਲਈ ਹੈ, ਜਿਹੜੀ ਕਿ ਪਹਿਲੇ ਨਹੀਂ ਸੀ। ਹੁਣ ਜਿਵੇਂ ਸਟੱਡੀ ਵੱਧ ਰਹੀ ਹੈ ਉਸ ਤਰ੍ਹਾਂ ਨੌਲੇਜ ਬਹੁਤ ਅਪਡੇਟ ਹੋ ਰਹੀ ਹੈ। ਹੁਣ ਇਸ ਤਰ੍ਹਾਂ ਦੀ ਸਾਡੇ ਕੋਲ ਮੈਡੀਸਿਨਸ ਆ ਚੁੱਕੀਆਂ ਕਿ ਜਿਨ੍ਹਾਂ ਦੇ ਅਸੀਂ ਟਾਰਗੇਟ ਬੇਸਡ ਮੈਡੀਸਿਨ ਦਿੰਦੇ ਹਾਂ ਕਿ ਜੇ ਕੋਈ ਪ੍ਰੋਬਲਮ ਹੈ ਤਾਂ ਇਮੀਡੀਏਟਲੀ ਉੱਥੇ ਜਾ ਕੇ ਉਹ ਅਸਰ ਕਰੇਗੀ, ਅਤੇ ਨੋ ਡਾਊਟ ਅਸਰ ਤਾਂ ਕਰੇਗੀ, ਬਟ ਉਹ ਪਰਮਾਨੈਂਟਲੀ ਜੜ ਤੋਂ ਵੀ ਉਹਨੂੰ ਚੀਜ਼ ਨੂੰ ਖਤਮ ਕਰੇਗੀ। ਜਿਵੇਂ ਕਿ ਤੁਸੀਂ ਸੁਣਿਆ ਹੋਏਗਾ ਕਈ ਤਾਂ ਗਠੀਆ ਦੀ ਪ੍ਰੋਬਲਮਸ ਹੁੰਦੀਆਂ, ਕਈਆਂ ਨੂੰ ਸਕਿਨ ਦੀ ਪ੍ਰੋਬਲਮਸ ਹੁੰਦੀਆਂ, ਬਹੁਤ ਲੌਂਗ ਟਾਈਮ ਤੋਂ ਐਲੋਪੈਥਿਕ ਦਾ ਉਹ ਸੇਵਨ ਕਰਦੇ ਆ। ਲੌਂਗ ਟਾਈਮ ਸੇਵਨ ਕਰਨ ਨਾਲ ਨੋ ਡਾਊਟ ਪ੍ਰੋਬਲਮ ਤਾਂ ਉਹਨਾਂ ਦੀ ਰੁਕੀ ਰਹਿੰਦੀ ਹੈ, ਬਟ ਉਹ ਕੰਪਲੀਟਲੀ ਠੀਕ ਨਹੀਂ ਹੁੰਦੀ। ਇਸ ਪਾਰਟ 'ਚ ਹੋਮਿਓਪੈਥਿਕ ਦਾ ਇੱਕ ਅਪਰ ਹੈਂਡ ਹੈ ਕਿ ਅਗਰ ਅਸੀਂ ਸਿੰਪਟੋਮੈਟਿਕ ਬੇਸਿਸ 'ਤੇ ਉਹਦੇ ਪੂਰਾ ਟੋਟੈਲਿਟੀ ਦੇ ਬੇਸ 'ਤੇ ਕਿਸ ਤਰ੍ਹਾਂ ਦਾ ਉਹਦਾ ਰਹਿਣਾ ਹੈ, ਕਿਸ ਤਰ੍ਹਾਂ ਦਾ ਖਾਣਾ ਪੀਣਾ ਹੈ, ਕੀ ਉਹ ਪਸੰਦ ਕਰਦਾ ਹੈ, ਕਿਵੇਂ ਬਿਮਾਰੀ ਵੱਧਦੀ ਹੈ, ਜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਪਾਂ ਇੱਕ ਮੈਡੀਸਿਨ ਦਈਏ ਜਿਹੜੀ ਉਸ ਪਰਸਨ ਲਈ ਹੀ ਬਣੀ ਹੋਈ ਹੈ, ਤਾਂ ਉਹ ਬਹੁਤ ਜਲਦੀ ਠੀਕ ਵੀ ਹੁੰਦਾ ਹੈ। ਅਤੇ ਬੈਸਟ ਪਾਰਟ ਇਸ ਕਿ ਦੁਬਾਰਾ ਤੋਂ ਇਹ ਪ੍ਰੋਬਲਮ ਫੇਸ ਨਹੀਂ ਕਰਨੀ ਪੈਂਦੀ। ਇੱਕ ਹੋਰ ਗੱਲ ਆਉਂਦੀ ਹੈ ਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਹੋਮਿਓਪੈਥੀ ਦੀ ਮੈਡੀਸਿਨਸ ਆ ਉਹ ਜ਼ਿਆਦਾਤਰ ਬੱਚਿਆਂ ਦੇ ਲਈ ਹੈ, ਕਿ ਅਡਲਟਸ ਦੇ ਵੀ ਜਿਹੜੇ ਆ ਪ੍ਰੋਪਰ ਤਰੀਕੇ ਦੇ ਨਾਲ ਮਤਲਬ ਲੈ ਸਕਦੇ ਨੇ ਮੈਡੀਸਨ ਨੂੰ, ਕਿਉਂਕਿ ਇਹ ਸ਼ੱਕ ਲੋਕਾਂ ਨੂੰ ਰਹਿੰਦਾ ਵੀ ਹਾਂ ਵੀ ਅਸੀਂ ਸਿਰਫ ਬੱਚੇ ਹੀ ਲੈ ਸਕਦੇ ਨੇ ਇਸ ਮੈਡੀਸਨ ਨੂੰ। ਬਿਲਕੁਲ ਸਹੀ ਹੈ ਸਰ, ਨੋ ਡਾਊਟ ਲੋਕਾਂ 'ਚ ਇਹ ਹੈ ਕਿ ਹੋਮਿਓਪੈਥਿਕ ਦਾ ਮਤਲਬ ਹੈ ਕਿ ਬੱਚਿਆਂ ਦੀ ਮੈਡੀਸਿਨਸ ਹੈ। ਮੈਂ ਇਸ ਚੀਜ਼ ਨੂੰ ਪੋਜ਼ੀਟਿਵ ਗਿਣਦਾ, ਪੋਜ਼ੀਟਿਵ ਇਸ ਲਈ ਗਿਣਦਾ ਕਿਉਂਕਿ ਬੱਚਿਆਂ ਨੂੰ ਹੀ ਦਵਾਈ ਦੇਣੀ ਔਖੀ ਹੈ। ਜੇ ਤੁਸੀਂ ਆਪਾਂ ਨਾਰਮਲ ਕਰੋਸਿਨ ਵੀ ਬੱਚਿਆਂ ਨੂੰ ਦਿੰਦੇ ਹਾਂ ਤਾਂ ਤੁਸੀਂ ਦੇਖਿਆ ਹੈਗਾ ਕਿ ਉਹ ਪੂਰਾ ਘਰ ਸਿਰ 'ਤੇ ਚੱਕ ਲੈਂਦੇ ਹੈ, ਹਰ ਟਾਈਮ ਉਹ ਪਰੇਸ਼ਾਨ ਕਰਦੇ ਹੈ, ਬਟ ਹੋਮਿਓਪੈਥਿਕ ਬਹੁਤ ਈਜ਼ੀਲੀ ਲੈ ਲੈਂਦੇ ਹੈ। ਨਾਲ ਮੈਂ ਗੱਲ ਜੋੜਨਾ ਚਾਹੂੰਗਾ, ਇਹ ਸਿਰਫ ਬੱਚਿਆਂ ਲਈ ਨਹੀਂ, ਇਹ ਵੱਡਿਆਂ ਲਈ ਅਤੇ ਬਜ਼ੁਰਗਾਂ ਲਈ ਵੀ ਬਹੁਤ ਅੱਛੀ ਮੈਡੀਸਿਨਸ ਹੈ। ਜਿਵੇਂ ਐਲੋਪੈਥਿਕ 'ਚ ਆਪਾਂ ਡੋਜ਼ ਸੈੱਟ ਕਰਦੇ ਹਾਂ, ਸਿਮਿਲਰਲੀ ਹੋਮਿਓਪੈਥਿਕ ਵਿੱਚ ਵੀ ਕੁਛ ਡੋਜ਼ਸ ਹੁੰਦੀਆਂ ਜਿਹੜੇ ਅਸੀਂ ਬੱਚਿਆਂ ਨੂੰ ਦਿੰਦੇ ਹਾਂ, ਅਤੇ ਕੁਛ ਡੋਜ਼ਸ ਹੈ ਜਿਹੜੀ ਅਸੀਂ ਅਡਲਟਸ ਨੂੰ ਦਿੰਦੇ ਹਾਂ ਜਾਂ ਵੱਡਿਆਂ ਨੂੰ ਦਿੰਦੇ ਹਾਂ। ਸੋ ਇਹ ਦੋਨਾਂ ਚੀਜ਼ਾਂ ਨੂੰ ਕਵਰ ਕਰਦੀ ਹੈ, ਬੱਚਿਆਂ ਲਈ ਵੀ ਬਹੁਤ ਅੱਛੀ ਮੈਡੀਸਿਨਸ ਹੈ ਅਤੇ ਵੱਡਿਆਂ ਲਈ ਵੀ ਬਹੁਤ ਅੱਛੀ ਮੈਡੀਸਿਨਸ ਹੈ। ਸਰ ਇੱਕ ਹੋਰ ਆ ਵੀ ਜਿਵੇਂ ਮੰਨ ਲਓ ਹੁਣ ਮੈਨੂੰ ਜਿਵੇਂ ਹੋਇਆ ਸੀਗਾ ਜੌਂਡਿਸ ਹੋਇਆ ਸੀਗਾ, ਤੁਸੀਂ ਵੀ ਜਾਣਦੇ ਚੰਗੀ ਤਰ੍ਹਾਂ, ਤਾਂ ਉਸ ਨੂੰ ਮਹੀਨਾ ਲੱਗ ਗਿਆ ਸੀਗਾ। ਮਤਲਬ ਇੰਨਾ ਦੇਰ ਕਿਉਂ ਹੁੰਦਾ, ਕਿ ਅਸਰ ਕਰਨ ਨੂੰ ਜ਼ਿਆਦਾ ਦੇਰ ਲਾ ਦਿੰਦੀ ਹੈ ਹੋਮਿਓਪੈਥੀ, ਕੀ ਚੱਕਰ ਕੀ ਹੈ? ਸਰ ਹਰ ਇੱਕ ਮੈਡੀਸਿਨ ਦਾ ਇੱਕ ਟਾਈਮ ਪੀਰੀਅਡ ਹੁੰਦਾ ਹੈ। ਮੈਂ ਜ਼ਰੂਰ ਮੰਨਦਾ ਹੋਮਿਓਪੈਥਿਕ ਕੰਪੈਰੀਟਿਵਲੀ ਐਲੋਪੈਥਿਕ ਨਾਲੋਂ ਕੁਛ ਇੱਕ ਬਿਮਾਰੀਆਂ 'ਚ ਲੰਬਾ ਟਾਈਮ ਲਾਉਂਦੀ ਹੈ, ਬਟ ਉਹਦਾ ਇੱਕ ਰੀਜ਼ਨ ਹੈ। ਉਹਦਾ ਰੀਜ਼ਨ ਇਹ ਹੈ ਕਿ ਜਿਹੜਾ ਵੀ ਅਸੀਂ ਮੈਡੀਸਿਨ ਦਿੰਦੇ ਹਾਂ ਉਹ ਪਰਸਨ ਦੀ ਇਮਿਊਨਿਟੀ 'ਤੇ ਡਿਪੈਂਡ ਕਰਦੀ ਹੈ। ਇਮਿਊਨਿਟੀ 'ਤੇ ਡਿਪੈਂਡ ਕਰਨ ਨਾਲ 2 ਫਾਇਦੇ ਹੈ। ਇੱਕ ਨੰਬਰ 'ਤੇ ਤਾਂ ਪ੍ਰੋਬਲਮ ਜੇ ਇੱਕ ਵਾਰ ਠੀਕ ਹੋ ਜਾਏ ਤਾਂ ਦੁਬਾਰਾ ਹੋਣ ਦੇ ਚਾਂਸਸ ਬਹੁਤ ਘੱਟ ਜਾਂਦੇ ਹੈ। ਦੂਜੇ ਨੰਬਰ 'ਤੇ ਇਹ ਬਾਡੀ ਖੁਦ ਨੂੰ ਠੀਕ ਕਰ ਰਹੀ ਹੈ, ਅਤੇ ਜੇ ਤੁਸੀਂ ਖੁਦ ਤੋਂ ਠੀਕ ਹੋਣਾ ਤਾਂ ਨੈਚੁਰਲੀ ਥੋੜ੍ਹਾ ਟਾਈਮ ਤਾਂ ਚਾਹੀਦਾ ਹੈ। ਉਸ ਚੀਜ਼ ਲਈ ਹੋਮਿਓਪੈਥਿਕ ਹੁਣ ਜਿਹੜੀ ਲੋਕਾਂ 'ਚ ਇੱਕ ਮੈਂਟੈਲਿਟੀ ਹੈ ਕਿ ਲੰਬਾ ਟਾਈਮ ਲੈਂਦੀ ਹੈ, ਬਟ ਮੈਂ ਫਿਰ ਜੋੜਨਾ ਚਾਹੂੰਗਾ ਕਿ ਹੁਣ ਜਿਸ ਹਿਸਾਬ ਨਾਲ ਸਟੱਡੀਜ਼ ਆ ਗਈਆਂ, ਜਿਸ ਹਿਸਾਬ ਨਾਲ ਐਡਵਾਂਸਮੈਂਟ ਆ ਗਈ ਹੈ, ਹੁਣ ਅਸੀਂ ਕਲੇਮ ਕਰਦੇ ਹਾਂ ਠੋਕ ਕੇ ਕਿ ਹੋਮਿਓਪੈਥਿਕ ਐਲੋਪੈਥੀ ਨਾਲੋਂ ਜਲਦੀ ਅਸਰ ਕਰੇਗੀ ਅਤੇ ਵਧੀਆ ਅਸਰ ਕਰੇਗੀ। ਜਿਹੜੇ ਲੋਕਾਂ ਨੂੰ ਅਲਰਜੀਜ਼ ਹੈ, ਕਿਸੇ ਤਰ੍ਹਾਂ ਦੀ ਕੋਈ ਅਲਰਜੀ ਹੈ, ਤਾਂ ਉਸ ਦਾ ਵੀ ਇਲਾਜ ਹੈਗਾ ਹੋਮਿਓਪੈਥੀ ਦੇ ਵਿੱਚ? ਅਲਰਜੀਜ਼ ਹੁਣ ਹਰ ਪਰਸਨ ਨੂੰ ਹੈ। ਜਿਵੇਂ ਹੁਣ ਮੌਸਮ ਚੇਂਜ ਹੋ ਰਿਹਾ, ਤੁਸੀਂ ਮੇਰੇ ਕੋਲ ਬਹੁਤ ਸਾਰੇ ਕੇਸਿਸ ਆਉਂਦੇ ਹੈ, ਡਰਾਈਨੈਸ ਆਫ ਆਈਜ਼ ਹੈ, ਗਲਾ ਖਰਾਬ ਹੈ, ਜਿਹਨੂੰ ਹੁਣ ਇੰਨਾ ਜ਼ਿਆਦਾ ਫੋਬੀਆ ਲੋਕਾਂ 'ਚ ਆ ਗਿਆ ਕਿ ਗਲੇ ਖਰਾਬ ਨੂੰ ਸਿੱਧਾ ਉਹ ਕੋਵਿਡ ਨਾਲ ਰਿਲੇਟ ਕਰਦੇ ਹੈ, ਜੋ ਠੀਕ ਨਹੀਂ ਹੈ। ਅਲਰਜੀ ਦੀ ਵਜ੍ਹਾ ਨਾਲ ਵੀ ਪ੍ਰੋਬਲਮ ਆ ਸਕਦੀ ਹੈ, ਅਤੇ ਐਲਰਜੀ ਕੇਸਿਸ ਜਿਵੇਂ ਅਸਥਮਾ ਦੇ ਕੇਸਿਸ ਹੈ, ਸਕਿਨ ਐਲਰਜੀ ਹੈ, ਇਰੀਟੇਸ਼ਨ ਇਨ ਆਈਜ਼ ਹੈ, ਇਹ ਬਹੁਤ ਸਾਰੇ ਕੇਸਿਸ ਆ ਵੀ ਰਹੇ ਹੈ, ਹੋਮਿਓਪੈਥਿਕ ਦੇ ਸੇਵਨ ਨਾਲ ਠੀਕ ਵੀ ਹੋ ਰਿਹਾ। ਤਾਂ ਐਲਰਜੀ ਲਈ ਬਹੁਤ ਅੱਛੀ ਮੈਡੀਸਿਨਸ ਹੈ। ਐਂਡ ਬਹੁਤ ਵਧੀਆ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਹੜੇ ਵੀ ਮੈਡੀਸਿਨਸ ਅਸੀਂ ਦਿੰਦੇ ਹਾਂ,
ਇੱਕ ਤਾਂ ਇਹ 'ਚ ਕੋਈ ਸੈਡੇਸ਼ਨ ਨਹੀਂ ਹੈ, ਨੀਂਦ ਦੀ ਦਵਾਈ ਨਹੀਂ ਹੈ। ਜਿਵੇਂ ਤੁਸੀਂ ਦੇਖਿਆ ਹੈਗਾ ਕਿ ਐਲਰਜੀ ਲਈ ਬਹੁਤ ਪ੍ਰਚਲਿਤ ਹੈ, ਸਿਟਰਾਜਿਨ ਲੈ ਲਈ, ਮੌਂਟੇਲੂਕਾਸ ਲੈ ਲਈ, ਉਹ ਲੈ ਕੇ ਪੇਸ਼ੈਂਟ ਥੋੜ੍ਹਾ ਜਿਹਾ ਡਰਾਊਜ਼ੀ ਫੀਲ ਕਰਦਾ ਹੈ, ਉਹਦੀ ਡੇਲੀ ਐਕਟੀਵਿਟੀਜ਼ ਵੀ ਹਿੰਡਰ ਹੋ ਜਾਂਦੀਆਂ। ਠੀਕ, ਇਹ ਚੀਜ਼ ਹੋਮਪੈਥਿਕ 'ਚ ਨਹੀਂ ਹੈ। ਅਸੀਂ ਮੈਡੀਸਿਨ ਦਿੰਦੇ ਹਾਂ, ਇਹਨਾਂ ਦੇ ਇੱਕ ਨੰਬਰ 'ਤੇ ਤਾਂ ਕੋਈ ਸੈਡੇਸ਼ਨ ਨਹੀਂ ਹੈ, ਕੋਈ ਇਹਦੇ 'ਚ ਨੀਂਦ ਵਾਲਾ ਸਾਲਟ ਨਹੀਂ ਹੈ, ਬਹੁਤ ਕੰਫਰਟੇਬਲੀ ਤੇ ਪਰਮਾਨੈਂਟਲੀ ਪੇਸ਼ੈਂਟ ਠੀਕ ਹੁੰਦੇ। ਮਨੂ ਜੀ, ਅਖੀਰਲਾ ਕੁਐਸਚਨ ਡਾਕਟਰ ਸਾਹਿਬ, ਜਿਹੜੇ ਲੋਕ ਹਲੇ ਵੀ ਸ਼ੱਕ ਕਰਦੇ ਨੇ ਹੋਮਿਓਪੈਥੀ ਦੇ ਉੱਤੇ ਜਾਂ ਹੋਮਿਓਪੈਥੀ ਮੈਡੀਸਨ ਲੈਣ ਤੋਂ ਡਰਦੇ ਪਏ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਤੁਸੀਂ? ਠੀਕ ਹੈ, ਤੁਸੀਂ ਤੁਹਾਡੇ ਦਿਮਾਗ 'ਚ ਕੋਈ ਡਾਊਟ ਹੈ, ਉਸ ਚੀਜ਼ ਨੂੰ ਖੁੱਲ੍ਹ ਕੇ ਗੱਲ ਕਰੋ। ਦੇਖੋ, ਕਈਆਂ ਦਾ ਐਕਸਪੀਰੀਅੰਸ ਵੀ ਮਾੜਾ ਹੁੰਦਾ। ਮੈਂ ਇਹ ਨਹੀਂ ਕਹਿੰਦਾ ਕਿ ਜਿਹੜੇ ਵੀ ਹੋਮਪੈਥਸ ਕੋਲ ਆਉਂਦੇ ਆ ਤਾਂ ਸਾਰੇ ਠੀਕ ਹੁੰਦੇ ਆ। ਨੈਚੁਰਲੀ ਜੇ 10 ਪੇਸ਼ੈਂਟ ਮੇਰੇ ਕੋਲ ਆ ਰਹੇ ਤਾਂ ਹੋ ਸਕਦਾ ਵਿੱਚ 2 ਨਾ ਵੀ ਠੀਕ ਹੋਣ, ਵਿਚ ਇਜ਼ ਵੈਰੀ ਨਾਰਮਲ। ਤੇ ਜੇ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਬੈਡ ਐਕਸਪੀਰੀਅੰਸ ਹੈ ਤਾਂ ਹੋ ਸਕਦਾ ਉਹ ਡਾਕਟਰ ਦੀ ਗਲਤੀ ਹੋਏ, ਹੋ ਸਕਦਾ ਤੁਸੀਂ ਮੈਡੀਸਿਨਸ ਪ੍ਰੋਪਰ ਟਾਈਮ ਨਾਲ ਜਾਂ ਕਿਸੇ ਤਰ੍ਹਾਂ ਨਹੀਂ ਲਈ ਹੋਏ। ਇਸ ਚੀਜ਼ 'ਚੋਂ ਬਾਹਰ ਆਓ, ਤੁਸੀਂ ਡਾਕਟਰ ਨੂੰ ਡਿਸਕਸ ਕਰੋ, ਦੁਬਾਰਾ ਮੁੜ ਉਹਦੇ ਕੋਲ ਜਾਓ। ਉਹਨੂੰ ਕੰਪਲੇਂਟ ਕਰਨ ਦਾ ਵੀ ਰਾਈਟ ਹੈ। ਪੇਸ਼ੈਂਟ ਨੂੰ ਸਿਰਫ ਜੇ ਫੀਸ ਦਿੰਦਾ ਤਾਂ ਉਹਦਾ ਮਤਲਬ ਇਹ ਨਹੀਂ ਕਿ ਉਹਨੇ ਕੁਝ ਪੁੱਛਣਾ ਨਹੀਂ ਹੈ। ਉਹ ਪੇਸ਼ੈਂਟ ਡਾਕਟਰ ਨੂੰ ਪੁੱਛ ਵੀ ਸਕਦਾ ਕਿ ਡਾਕਟਰ ਸਾਹਿਬ ਮੈਨੂੰ ਨਹੀਂ ਆਰਾਮ ਆ ਰਿਹਾ, ਮੈਨੂੰ ਇਸ ਫਰਦਰ ਦੱਸੋ ਕੀ ਹੈ। ਐਂਡ ਉਸੇ ਬੇਸਿਸ 'ਤੇ ਜੇ ਤਾਂ ਮੈਡੀਸਿਨ ਨਾਲ ਠੀਕ ਹੋ ਰਿਹਾ ਠੀਕ ਹੈ, ਨਹੀਂ ਤਾਂ ਬਹੁਤ ਸਾਰੀ ਆਪਸ਼ਨਸ ਹੈ। ਤੁਸੀਂ ਕਿਸੇ ਹੋਰ ਅੱਛੇ ਸੀਨੀਅਰ ਡਾਕਟਰ ਨੂੰ ਕੰਸਲਟ ਕਰੋ, ਹੋਮਪੈਥਿਕ ਨੂੰ ਕੰਸਲਟ ਕਰੋ, ਤੁਹਾਨੂੰ ਉਹਦਾ ਰਿਜ਼ਲਟ ਮਿਲੇਗਾ। ਰਾਈਟ ਸਰ। ਸੋ ਇਹ ਸਨ ਡਾਕਟਰ ਮਨੂ ਗੁਪਤਾ ਜੀ। ਹੋਮਿਓਪੈਥੀ ਮੈਡੀਸਨ ਦੇ ਬਾਰੇ ਅਸੀਂ ਗੱਲਬਾਤ ਕੀਤੀ ਹੈ। ਬਹੁਤ ਸਾਰੇ ਲੋਕਾਂ ਦੇ ਕੁਐਸਚਨ ਸੀਗੇ, ਉਹ ਵੀ ਕੁਐਸਚਨਸ ਪੁੱਟ ਕੀਤੇ ਨੇ ਕਿ ਅਗਰ ਕਿਸੇ ਨੂੰ ਅਲਰਜੀ ਹੈ ਤਾਂ ਉਹ ਕਿਸ ਤਰੀਕੇ ਦੇ ਨਾਲ ਆਪਣੀ ਜਿਹੜੀ ਆ ਲੈ ਸਕਦਾ ਮੈਡੀਸਨ, ਕਿ ਪ੍ਰੋਪਰ ਠੀਕ ਹੋ ਸਕਦੇ ਨੇ ਕਿ ਨਹੀਂ। ਜੋ ਡਰ ਨੇ ਲੋਕਾਂ ਦੇ, ਉਸ ਦੇ ਬਾਰੇ ਵੀ ਗੱਲਬਾਤ ਕੀਤੀ ਹੈ ਕਿ ਡਰਨ ਦੀ ਲੋੜ ਨਹੀਂ ਹੈ। ਹੋਮਿਓਪੈਥੀ ਮੈਡੀਸਨ ਕੋਈ ਮਾੜੀ ਨਹੀਂ ਹੈ। ਤੁਸੀਂ ਲੈਣਾ ਚਾਹੁੰਦੇ ਹੋ, ਇੱਕ ਵਾਰੀ ਤਾਂ ਡੋਜ਼ ਲੈ ਕੇ ਜ਼ਰੂਰ ਦੇਖੋ। ਮੈਡੀਸਨ ਖਾਣ ਦੇ ਨਾਲ ਤੁਸੀਂ ਠੀਕ ਹੀ ਹੋਣਾ, ਕਦੇ ਬਿਮਾਰ ਨਹੀਂ ਹੋ ਸਕਦੇ। ਔਰ ਦੂਸਰੀ ਗੱਲ ਇਹ ਵੀ ਕਹਿਣਾ ਚਾਹੁੰਦਾ, ਜੋ ਲੋਕ ਨੈਗੇਟਿਵਿਟੀ ਫੈਲਾਉਂਦੇ ਨੇ ਕਿ ਹੋਮਿਓਪੈਥੀ ਦੇ ਨਾਲ ਕਿਸੇ ਤਰ੍ਹਾਂ ਕੋਈ ਇਫੈਕਟ ਨਹੀਂ ਹੁੰਦਾ, ਤਾਂ ਉਹਨਾਂ ਨੂੰ ਵੀ ਜਿਹੜਾ ਜਵਾਬ ਮਿਲ ਚੁੱਕਾ ਹੈ ਕਿ ਹੋਮਿਓਪੈਥੀ ਦੇ ਨਾਲ ਹਰ ਇੱਕ ਚੀਜ਼ ਦਾ ਇਲਾਜ ਜ਼ਰੂਰ ਹੈ। ਤੁਸੀਂ ਇੱਕ ਵਾਰ ਕੰਸਲਟ ਕਰਕੇ ਜ਼ਰੂਰ ਦੇਖੋ। ਸੋ ਵਧੇਰੀ ਅਪਡੇਟਸ ਜੁੜ ਰਹੋ ਲੁਧਿਆਣਾ ਟਾਈਮਸ ਨਾਲ। ਕੈਮਰਾਮੈਨ ਹੈਰੀ ਦੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ।